ਵੱਟ ਤੇ ਕੋਈ ਤੂੰ ਖੜਨ ਨਹੀਂ ਦਿੱਤਾ ਅੱਜ ਵੱਟਾ ਤੇਰੀਆਂ ਢਾਉਣ ਨੂੰ ਫਿਰਦੇ ਵੱਟ ਕੇ ਤੇਰੇ ਖੇਤ ਚੋਂ ਪਿੱਪਲ ਇੱਕ ਤੇਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ, ਮੇਰੇ ਜਿੰਨੇ ਵੀ ਵੀਰ ਹਨਾ। ਬਸ ਉਹ ਲਾਈਵ ਹੋਣ ਦਾ ਇਹੀ ਕਾਰਨ ਸੀਗਾ ਹਨਾ, ਵੀ ਜਿਹੜੇ ਹਜੇ ਵੀ ਭਰਾ ਆਪਣੇ ਕੁਝ ਜਿਹੜੇ ਆਪਣੇ ਪੰਜਾਬ ਬੈਠੇ ਆਪਣੇ ਘਰਾਂ ਦੇ ਵਿੱਚ ਬੈਠੇ, ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਨਾ ਵੀ ਆ ਜਾਓ ਮੇਰੇ ਸਾਰੇ ਭਰਾ ਦਿੱਲੀ ਹਨਾ। ਅੱਜ ਲੋੜ ਹੈ ਤੇ ਕੁਝ ਭਰਾਵਾਂ ਤੋਂ ਮਾफ़ੀ ਮੰਗਣੀ ਸੀਗੀ, ਕਿਉਂਕਿ ਹੋ ਸਕਦਾ ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਹਨਾ ਕਿਸੇ ਨਾਲ ਜ਼ਬਾਨ ਕਰਕੇ ਤੇ ਮੈਂ ਮੁੱਕਰਿਆ ਹੋਵਾਂ। ਉਹਦਾ ਕਾਰਨ ਕੀ ਆ, ਕੁਝ ਭਰਾਵਾਂ ਦੇ ਮੈਨੂੰ ਫੋਨ ਆ ਰਹੇ ਸੀਗੇ ਵੀ ਅਮਰੀਕ ਕੱਲ੍ਹ ਨੂੰ ਪਰਸੋਂ ਸਾਡਾ ਮੇਲਾ ਹਨਾ, ਕਿਉਂਕਿ ਕਈਆਂ ਨੇ ਮੇਲੇ ਜਿਹੜੇ ਜ਼ਰੂਰੀ ਵੀ ਆ। ਕੁਝ ਭਰਾਵਾਂ ਨੇ ਮੈਥੋਂ ਪੁੱਛ ਕੇ ਵੀ ਡੇਟਾਂ ਰੱਖੀਆਂ ਸੀਗੀਆਂ, ਪਰ ਮੇਰੀ ਇਹ ਮਜਬੂਰੀ ਬਣ ਗਈ ਹਨਾ ਵੀ ਜਿਹੜਾ ਹੁਣ ਤੁਹਾਨੂੰ ਪਤਾ ਜਿਹੜੀ ਆਹ ਵੀ ਸਾਡਾ ਕਿਰਸਾਨੀ ਦਾ ਮਸਲਾ, ਸਾਡੇ ਕਿਸਾਨ ਭਰਾ ਹਨਾ ਵੀ ਉਹ ਪਹਿਲਾਂ ਕਿਵੇਂ ਆਪਾਂ ਸੜਕਾਂ 'ਤੇ ਬੈਠੇ ਰਹੇ ਆ, ਤੇ ਉਹੀ ਮੇਰੀ ਵੀ ਮਜਬੂਰੀ। ਮੈਂ ਸਾਰੇ ਵੀਰਾਂ ਨੂੰ ਕਹਿੰਦਾ ਵੀ ਮੈਂ ਜਾਣ ਬੁੱਝ ਕੇ ਨਹੀਂ ਹਨਾ। ਕਈ ਮੈਨੂੰ ਭਰਾ ਇਹ ਵੀ ਕਹਿ ਰਹੇ ਹੋਣੇ ਵੀ ਅਮਰੀਕ ਨੇ ਸਾਡੇ ਨਾਲ ਜ਼ਬਾਨ ਕੀਤੀ, ਸਾਡੇ ਮੇਲੇ 'ਤੇ ਆਇਆ ਨਹੀਂ ਹਨਾ। ਮੈਂ ਕੱਲ੍ਹ 28 ਤਰੀਕ ਵੀ ਹਨਾ, ਤੁਹਾਨੂੰ ਪਤਾ ਸਾਰਿਆਂ ਨੂੰ ਮੇਰੀ ਜੋ ਵੀ ਸੀ, ਮੈਂ ਦਿੱਲੀ ਆ ਗਿਆ। ਔਰ 29 ਤਰੀਕ ਅੱਜ ਮੇਲਾ ਸੀ। ਅੱਜ ਮੈਂ ਤੜਕੇ ਭਰਾਵਾਂ ਤੋਂ ਫੋਨ 'ਤੇ ਮਾफ़ੀ ਮੰਗ ਲਈ ਸੀ ਹਨਾ ਵੀ ਸੌਰੀ ਹਨਾ। ਅਤੇ ਕੱਲ੍ਹ ਨੂੰ ਮੇਲਾ ਡੇਰਾ ਬੱਸੀ ਦੇ ਕੋਲੇ ਮਕੰਦਪੁਰ ਪਿੰਡ ਆ। ਮੈਂ ਉਹਨਾਂ ਭਰਾਵਾਂ ਤੋਂ ਮਾफ़ੀ ਮੰਗਦਾ ਹੱਥ ਜੋੜ ਕੇ ਹਨਾ ਵੀ ਮੇਰੇ ਤੁਸੀਂ ਵੱਡੇ ਬਾਈ ਹੋ, ਮੈਨੂੰ ਮਾफ़ ਕਰ ਦਿਓ ਹਨਾ, ਮੈਥੋਂ ਨਹੀਂ ਆਇਆ ਜਾਣਾ ਹਨਾ। ਅਤੇ 1 ਤਰੀਕ ਨੂੰ ਸੁੰਨੜ ਕਲਾਂ ਮੇਲਾ ਸੀਗਾ। ਉਹਨਾਂ ਵੀਰਾਂ ਨੇ ਤਾਂ ਚਲੋ ਭਰਾਵਾਂ ਨੂੰ ਆਪਾਂ ਅਰਦਾਸ ਬੇਨਤੀ ਕੀਤੀ ਵੀਰਾਂ ਨੂੰ ਹਨਾ, ਉਹਨਾਂ ਨੇ ਮੰਨ ਲਿਆ। ਸਾਰੇ ਭਰਾਵਾਂ ਨੇ ਸਲਾਹ ਕੀਤੀ, ਸੁੰਨੜ ਕਲਾਂ ਵਾਲਿਆਂ ਨੇ ਮੇਲਾ ਕੈਂਸਲ ਕਰ ਲਿਆ। ਅਤੇ 2 ਤਰੀਕ ਨੂੰ ਜਿਹੜਾ ਮੇਲਾ ਸੀਗਾ ਉਹ ਮੈਂ ਤੁਹਾਨੂੰ ਦੱਸ ਦੇਣਾ ਵੀ ਮੈਂ ਕਿੱਥੇ ਜਾਣਾ ਸੀਗਾ। ਮੈਂ 2 ਤਰੀਕ ਵਾਲੇ ਭਰਾਵਾਂ ਤੋਂ ਵੀ ਮੈਂ ਮਾफ़ੀ ਚਾਹੁੰਦਾ ਜਿਹੜੇ ਮੇਰੇ ਵੀਰ ਹੈ, ਅਤੇ 3 ਤਰੀਕ ਨੂੰ ਲਲਹੇੜੀ ਸੀਗਾ, ਮੈਂ ਉਹਨਾਂ ਵੀਰਾਂ ਤੋਂ ਵੀ ਮਾफ़ੀ ਮੰਗਦਾ ਜਿਹੜੇ ਮੇਰੇ ਭਰਾ ਸੀਗੇ ਹਨਾ। ਕਈ ਮੈਨੂੰ ਫੋਨ ਕਰਦੇ ਆ, ਪਰ ਕਈਆਂ ਨੂੰ ਇਹ ਨਾ ਹੋਵੇ ਕਿਤੇ ਵੀ ਮੈਂ ਜਾਂ ਜਾਣ ਬੁੱਝ ਕੇ ਮੈਂ ਉਹਨਾਂ ਨੂੰ ਜਵਾਬ ਦੇਤਾ। ਪਰ ਇਹ ਆਪਣਾ ਫਰਜ਼ ਬਣਦਾ ਹਰ ਇੱਕ ਦਾ ਹਨਾ। ਹੁਣ ਕਿੱਦਾਂ ਦੇਖਿਆ ਵੀ ਜਾਮ ਲੱਗਾ ਹੋਇਆ ਬਹਾਦਰਗੜ੍ਹ ਤੋਂ, ਹਜੇ 5-7 ਕਿਲੋਮੀਟਰ ਹੀ ਜ਼ਿਆਦਾ ਹੀ ਪਿੱਛੇ ਆ ਕੋਈ ਹਨਾ। ਤੁਹਾਨੂੰ ਮੈਂ ਦਿਖਾ ਦੇਣਾ ਵੀ ਇੰਨਾ ਕੁ ਬੁਰਾ ਹਾਲ ਆ ਵੀ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ, ਮੇਰੇ ਭਰਾ ਤੁਸੀਂ ਸਾਰੇ ਹੀ ਆ ਜਾਓ ਦਿੱਲੀ ਹਨਾ, ਅਤੇ ਉੱਥੇ ਆਪਾਂ ਪਾਉਣੇ ਆ ਖੜਵਾਟ, ਕਿਉਂਕਿ ਮੇਲੇ ਤਾਂ ਹੁੰਦੇ ਹੀ ਰਹਿਣੇ ਆ। ਮੈਨੂੰ ਪਤਾ ਕਿ ਆਪਣਾ ਬਹੁਤ ਸਾਰੇ ਜਿਹੜੇ ਕਈ ਪਰਿਵਾਰ ਆਪਾਂ ਕਬੱਡੀ 'ਤੇ ਡਿਪੈਂਡ ਆ, ਪਰ ਜਿਹੜੀ ਕਬੱਡੀ ਆ ਉਹ ਕਿਰਸਾਨੀ 'ਤੇ ਡਿਪੈਂਡ ਆ। ਪਹਿਲਾਂ ਆਪਣੀ ਕਿਰਸਾਨੀ ਆ ਜਿਹੜੀ ਹੈ ਨਾ, ਜੇ ਕਿਰਸਾਨੀ ਸਾਡੀ ਡੁੱਬ ਗਈ ਸਾਡੇ ਪੱਲੇ ਕੁਝ ਨਹੀਂ ਰਹਿਣਾ। ਸਤਿ ਸ਼੍ਰੀ ਅਕਾਲ ਬਾਜੂ ਬਾਈ, ਸਾਡੇ ਜਿਹੜੇ ਵੀਰ ਆ ਨਾ ਭਰਾ ਨੇ, ਬਾਈ ਗੁਲਜ਼ਾਰ ਹੋਣੀ, ਸਾਰੇ ਕੋਈ ਕਿੱਥੇ ਕੋਈ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਤੁਸੀਂ ਬੈਠੇ ਹੋ, ਸਾਡੀਆਂ ਹਮੇਸ਼ਾ ਤੁਹਾਡੇ ਲਈ ਦੁਆਵਾਂ ਵਾ। ਪਰ ਜਿਹੜੀ ਅੱਜ ਪੰਜਾਬ 'ਤੇ ਭੀੜ ਪਈ ਹੋਈ ਆ, ਇਕੱਲੇ ਪੰਜਾਬ 'ਤੇ ਨਹੀਂ ਸਾਰੀ ਦੁਨੀਆ ਨੂੰ ਤੁਹਾਨੂੰ ਪਤਾ ਵੀ ਕਿੱਦਾਂ ਵਕਤ ਪਾਇਆ ਹੋਇਆ ਇਹਨਾਂ ਸਰਕਾਰਾਂ ਨੇ। ਪਰ ਮੈਂ ਇਹ ਕਹਿੰਦਾ ਵਾ, ਕਿਉਂਕਿ ਜਾਣਾ ਤਾਂ ਪਹਿਲਾਂ ਹੀ ਸੀਗਾ, 25-26 ਨੂੰ ਚੱਲ ਜਾਂਦੇ, ਪਰ ਇਹ ਸੀਗਾ ਤੁਹਾਨੂੰ ਪਤਾ ਮੇਰੀ ਮਜਬੂਰੀ ਦਾ ਬੈਠਣ ਉੱਠਣ ਦੇ ਵਿੱਚ ਪ੍ਰੋਬਲਮ ਹੈ ਨਾ, ਇੱਦਾਂ ਵੀ ਉੱਥੇ ਪਤਾ ਨਹੀਂ ਕਿੱਦਾਂ ਦਾ ਕੀ ਹਾਲਾਤ ਇੱਦਾਂ ਹੁੰਦਾ ਜੋ ਵੀ ਸੀਗਾ ਹੈ ਨਾ। ਪਰ ਹੁਣ ਵੀ ਆਰੇ ਹੁੰਦੇ ਵੀ ਪਰਮਾਤਮਾ ਮਿਹਰ ਕਰੇ ਹੈ ਨਾ, ਕੇਰਾਂ ਆ ਗਏ ਆ, ਸੱਚੇ ਪਾਤਸ਼ਾਹ ਕਿਰਪਾ ਕਰੇ, ਵਾਹਿਗੁਰੂ ਦੇ ਹੱਥ ਆ ਸਾਰਾ ਕੁਛ। ਪਰ ਉਮੀਦ ਆ ਵੀ ਆਪਾਂ ਇਹ ਜੰਗ ਜਿਹੜੀ ਸਾਰੇ ਹੈ ਨਾ ਆਪਾਂ ਜਿੱਤ ਕੇ ਮੁੜਾਂਗੇ, ਕਿਉਂਕਿ ਜਦੋਂ ਵੀ ਆਪਾਂ ਟੂਰਨਾਮੈਂਟ 'ਤੇ ਜਾਂਦੇ ਰਹੇ ਹਰ ਥਾਂ ਮੈਂ ਇਹੀ ਬੋਲਦਾ ਰਿਹਾ ਵਾਂ ਵੀ ਜੇ ਕਿਰਸਾਨੀ ਖਤਮ ਹੋ ਗਈ ਸਾਰਾ ਕੁਝ ਖਤਮ ਹੋ ਜਾਣਾ ਹੈ ਨਾ। ਅਤੇ ਮੈਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਵੀ ਮੇਰੇ ਭਰਾ ਜੋ ਹੈ ਨਾ ਦਿੱਲੀ, ਅਤੇ ਬਾਕੀ ਰਹੀ ਗੱਲ ਇਹ ਆ ਜਿਹੜੇ ਭਰਾ ਟੂਰਨਾਮੈਂਟ ਕਰਾ ਰਹੇ ਮੈਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜੇ ਹੋ ਸਕਦਾ ਹੈ ਨਾ, ਅਤੇ ਥੋੜ੍ਹੀਆਂ ਜਿਹੀਆਂ ਡੇਟਾਂ ਜਿਹੜੀਆਂ ਨੇ, ਤਰੀਕਾਂ ਨੇ, ਟੂਰਨਾਮੈਂਟ ਪੱਕੇ ਨੇ, ਤੁਸੀਂ ਕਰ ਚੁੱਕੇ ਹੋ ਪਹਿਲਾਂ, ਆਪਾਂ ਥੋੜ੍ਹਾ ਬਹੁਤਾ ਇੱਧਰ ਉੱਧਰ ਕਰ ਦਈਏ ਡੇਟਾਂ ਹੈ ਨਾ, ਚੇਂਜ ਕਰ ਲਈ, ਅੱਗੇ ਲੈ ਜਾਈਏ ਵੀ ਜੇ ਆਪਣੀ ਕਿਰਸਾਨੀ ਬਚ ਗਈ ਤਾਂ ਜਿਹੜੇ ਮੇਲੇ ਆ ਇਹ ਹੁੰਦੇ ਹੀ ਰਹਿਣੇ ਆ। ਹਾਂ, ਮੈਂ ਇਹੀ ਬੇਨਤੀ ਕਰਦਾ ਮੇਰੇ ਭਰਾ ਹੋ ਤੁਸੀਂ ਸਾਰੇ ਹੈ ਨਾ, ਮੈਂ ਬਾਹਲਾ ਸਿਆਣਾ ਨਹੀਂ ਗਾ, ਤੁਸੀਂ ਸਾਰੇ ਮੇਰੇ ਵੀਰ ਹੋ। ਮੈਂ ਤੁਹਾਨੂੰ ਇਹੀ ਰਿਕੁਐਸਟ ਕਰਦਾ ਵਾਂ ਵੀ ਤੁਸੀਂ ਹੈ ਨਾ ਪਲੀਜ਼ ਜੇ ਹੋ ਸਕਦਾ ਤਾਂ ਜਿਹੜੇ ਮੇਲੇ ਹੈ ਨਾ ਵੀ ਉਹ ਥੋੜ੍ਹਾ ਜਿਹਾ ਦੂਜਾ ਦੀ ਗਾਂਹ ਪਛਾਂ ਕਰ ਲਓ ਮੇਰੇ ਭਰਾ ਹੈ ਨਾ। ਅਤੇ ਪਹੁੰਚ ਗਏ ਬਾਅਦ ਮਿਲਦੇ ਆ, ਵਾਹਿਗੁਰੂ ਮਿਹਰ ਕਰੇ। ਇੱਕ ਵਾਰੀ ਬਸ ਹੁਣ ਕਿਤੇ ਨਾ ਕਿਤੇ ਖੜੇ ਹੋਈਏ ਅਤੇ ਮੈਕ ਆ ਜੇ ਹੱਥ 'ਚ, ਫਿਰ ਹੈ ਨਾ ਜਿੰਨੀ ਜੋਗੇ ਹੋਏ ਕਰਾਂਗੇ ਹੈ ਨਾ। ਅਤੇ ਬਾਕੀ ਤੁਸੀਂ ਸਾਰੇ ਮੇਰੇ ਭਰਾ ਜਿਉਂਦੇ ਵਸਦੇ ਰਹੋ। ਔਰ ਮੈਂ ਕੱਲ੍ਹ ਜਦੋਂ ਤੁਰੇ ਸੀ ਅਸੀਂ, ਮੈਂ ਉਦੋਂ ਵੀ ਇਹੀ ਕਿਹਾ ਸੀਗਾ ਵੀ ਬਸ ਜੇ ਲੋੜ ਪੈ ਗਈ, ਤੁਹਾਨੂੰ ਪਤਾ ਮੇਰੇ ਹਾਲਾਤ ਕਿੱਦਾਂ ਦੇ, ਪਤਾ ਨਹੀਂ ਕਿੱਥੇ ਲੋੜ ਪੈ ਜਾਣੀ ਹੈ ਨਾ, ਅਤੇ ਜੇ ਲੋੜ ਪੈ ਗਈ ਤਾਂ ਭਰਾਵਾਂ ਨੂੰ ਫੋਨ ਕਰੂੰਗਾ, ਮੈਨੂੰ ਪਤਾ ਮੇਰੇ ਭਰਾ ਖੜਨਗੇ ਵੀ ਹੈ ਨਾ। ਬਾਕੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਪਰ ਇਹ ਮੈਂ ਇਹ ਨਹੀਂ ਕਹਿੰਦਾ ਅਸੀਂ ਦਿੱਲੀ ਆਏ ਅਸੀਂ ਕਿਸੇ 'ਤੇ ਅਹਿਸਾਨ ਕਰਨ ਆਏ ਹਾਂ ਹੈ ਨਾ। ਇਹ ਸਾਡੀ ਇਕੱਲੇ ਦੀ ਸਾਡੀ ਘਰ ਦੀ ਮੰਨ ਲਓ ਇਹ ਲੜਾਈ ਆ, ਅਤੇ ਸਾਨੂੰ ਇਹ ਦਿੱਲੀ ਆਉਣਾ ਹੀ ਪੈਣਾ ਸੀਗਾ।
ਇਹ ਨਹੀਂ ਆਪਾਂ ਜਾਂ ਮੈਂ ਕਹਿ ਦੂੰਗਾ ਮੈਂ ਦਿੱਲੀ ਆਇਆ, ਮੈਂ ਕਿਸੇ ਲਈ ਨਹੀਂ ਆਇਆ, ਮੈਂ ਸਿਰਫ ਆਪਣੇ ਲਈ ਆਇਆ ਹੈ ਨਾ, ਮੇਰਾ ਫਰਜ਼ ਬਣਦਾ ਸੀਗਾ। ਤੇ ਬਾਕੀ ਹੁਣ ਇਹ ਕਹਿੰਦਾ ਵੀ ਦਿੱਲੀ ਇਹ ਨਾ ਸੋਚੋ ਕਿ ਮੈਂ ਜਾਂ ਕੋਈ ਗੱਲ ਕਿੱਧਰ ਨੂੰ ਲੈ ਤੁਰਿਆ। ਜੇ ਆਪਣੇ ਮੰਨ ਲਓ ਇਹ ਆਪਣੇ ਜਿਹੜੇ ਕਾਲੇ ਬਿੱਲ ਪਾਸ ਹੋਏ ਆ, ਇਹ ਬਿੱਲ ਹੀ ਨਹੀਂ, ਇਹ ਮੈਂ ਕਹਿੰਦਾ ਵੀ ਇੱਕ ਖੰਜਰ ਆ, ਖੂਨੀ ਖੰਜਰ ਆ ਜਿਹੜਾ ਸਾਡੇ ਜਾਨ ਬੁੱਝ ਕੇ ਖਬੋਇਆ ਜਾ ਰਿਹਾ। ਹੁਣ ਬਾਕੀ ਹੋਰ ਵੀ ਜਿਹੜੀਆਂ ਮੰਗਾਂ ਵਾ ਉਹ ਵੀ ਰੱਖਾਂਗੇ ਜਿੰਨੀ ਜੋਗੇ ਹੋਏ ਹੈ ਨਾ। ਮੈਂ ਸਾਰੇ ਜਿਹੜੇ ਵੀਰਾਂ ਨੂੰ ਬੇਨਤੀ ਕਰਦਾ ਇੱਕ ਵਾਰੀ ਬਸ ਦਿੱਲੀ ਆ ਜਾਓ, ਪਤਾ ਲੱਗ ਜੇ ਹੈ ਨਾ, ਕਿਉਂਕਿ ਆਮ ਕਹਿੰਦੇ ਹੁੰਦੇ ਵੀ 2% ਵਾਲੇ ਸਾਨੂੰ ਆਖਿਆ ਜਾਂਦਾ, ਤੇ ਆਪਾਂ ਦੱਸੀਏ ਹੈ ਨਾ ਮੇਰੇ ਭਰਾ। ਵਾਹਿਗੁਰੂ ਮਿਹਰ ਕਰੇ। ਬਾਕੀ ਮੇਰਾ ਇਹੀ ਸੀਗਾ ਲਾਈਵ ਹੋਣ ਦਾ ਮਕਸਦ ਵੀ ਜਿਹੜੇ ਕੁਝ ਟੂਰਨਾਮੈਂਟ ਆ, ਕੁਝ ਮੇਲੇ ਆ, ਵੀ ਜੇ ਕਿਤੇ ਥੋੜ੍ਹੇ ਜਿਹੇ ਆਪਾਂ ਥੋੜ੍ਹੀਆਂ ਤਰੀਕਾਂ ਗਾਂਹ ਕਰ ਲਈਏ ਹੈ ਨਾ, ਬਸ ਇਹੀ ਕਹਿਣਾ ਸੀਗਾ। ਤੇ ਬਾਕੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਥੇੜਾ ਸਾਨੂੰ ਉਹਨਾਂ ਨੇ, ਜਿਵੇਂ ਵੀਰ ਨੇ ਬੜਾ ਵਧੀਆ ਲਿਖਿਆ, ਕਹਿੰਦਾ ਵੀ ਸਾਨੂੰ ਨਸ਼ੇੜੀ ਆਖਿਆ ਜਾਂਦਾ ਸੀਗਾ, ਕਈ ਸਾਡੇ 'ਚ ਤੁਹਮਤਾਂ ਲੱਗੀਆਂ, ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਤਾਂ ਪਹਿਲਾਂ ਤੋਂ ਹੀ ਤੁਹਾਨੂੰ ਪਤਾ, ਕਦੇ 47 ਕਦੇ 84 ਹੈ ਨਾ, ਔਰ ਕਦੇ ਕਰੋਨਾ ਆ ਗਿਆ, ਤੇ ਕਈ ਗੱਲਾਂ ਜਿਹੜੀਆਂ ਹੁੰਦੀਆਂ ਆਈਆਂ। ਪਰ ਹੁਣ ਟਾਈਮ ਆ ਹੈ ਨਾ, ਆਪਾਂ ਸਾਰੇ ਮੇਰੇ ਵੀਰ ਆਪਾਂ ਇਕੱਠੇ ਹੋਈਏ, ਮੇਰੇ ਭਰਾ ਹੋ ਤੁਸੀਂ। ਤੇ ਬਸ ਮੈਂ ਇਸੇ ਕਰਕੇ ਅੱਜ ਲਾਈਵ ਹੋਇਆ ਸੀਗਾ ਵੀ ਕੁਝ ਕਮੇਟੀਆਂ ਦੇ ਮੈਨੂੰ ਫੋਨ ਆ ਰਹੇ ਆ ਵੀ ਬਈ ਅਮਰੀਕ, ਕਿਉਂਕਿ ਦਿਨ ਤਾਂ ਕੋਈ ਵੀ ਵਿਹਲਾ ਨਹੀਂ ਸੀਗਾ ਹੈ ਨਾ, ਵੀ ਪਰਮਾਤਮਾ ਦੀ ਚਲੋ ਕਿਰਪਾ, ਤੁਸੀਂ ਪਿਆਰ ਹੀ ਇੰਨਾ ਕਰਦੇ ਹੋ ਹੈ ਨਾ। ਪਰ ਕਹਿੰਦੇ ਹੁੰਦੇ ਉੱਥੇ ਪੈਸਾ ਵੀ ਮੁੱਖ ਨਹੀਂ ਸਮਝਿਆ ਜਾਂਦਾ। ਮੈਂ ਜੇ ਅੱਜ ਕਹਿਦਾ ਵੀ ਮੈਂ ਤਾਂ ਜਿਹੜੇ ਜਾਂਦੇ ਆ ਦਿੱਲੀ ਗਏ ਆ, ਠੀਕ ਆ, ਮੈਂ ਆਪਦਾ ਵੀ ਮੇਰਾ ਘਰ ਕਬੱਡੀ ਤੋਂ ਚੱਲਦਾ, ਮੈਂ ਤਾਂ ਕਬੱਡੀ ਬਿਨਾਂ ਜਿਉਂਦਾ ਰਹਿ ਹੀ ਨਹੀਂ ਸਕਦਾ। ਜੇ ਕਬੱਡੀ ਖਤਮ ਹੋ ਗਈ ਹੈ ਨਾ ਤੇ ਸਾਰਾ ਕੁਝ ਹੀ ਖਤਮ ਹੋ ਜਾਣਾ ਵਾ। ਬਸ ਮੈਂ ਸਾਰੇ ਤੁਹਾਨੂੰ ਵੀਰਾਂ ਨੂੰ ਬਸ ਇਹੀ ਬੇਨਤੀ ਕਰਦਾ ਵਾਂ ਵੀ ਆ ਜਾਓ ਮੇਰੇ ਭਰਾ ਦਿੱਲੀ। ਤੇ ਬਾਕੀ ਆਦੇ ਹੁੰਦੇ ਨਾ ਵੀ ਆਪਾਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ ਹੈ ਨਾ, ਉਹਦੇ ਘਰੇ ਦੇਰ ਹੈ ਹਨੇਰ ਨਹੀਂ। ਬਸ ਤੁਹਾਡੀਆਂ ਦੁਆਵਾਂ ਵਾਂ, ਤੁਸੀਂ ਜਿਉਂਦੇ ਵਸਦੇ ਰਹੋ। ਜਿਨ੍ਹਾਂ ਨੇ ਸਾਡੇ ਵਰਗਿਆਂ ਨੂੰ ਚੋਂਦੀਆਂ ਛੱਤਾਂ ਦੇ ਥੱਲਿਓਂ ਕੱਢ ਕੇ ਆਮ ਤੋਂ ਖਾਸ ਬਣਾਤਾ। ਪਰ ਅੱਜ ਮੈਂ ਫੇਰ ਮਾਫੀ ਚਾਹੁੰਦਾ ਉਹਨਾਂ ਕਮੇਟੀਆਂ ਤੋਂ ਜਿਨ੍ਹਾਂ ਨੇ ਮੈਨੂੰ ਪਹਿਲਾਂ 2-2 ਮਹੀਨੇ ਹੋ ਗਿਆ ਮੈਨੂੰ ਕਿਹਾ ਨੂੰ ਵੀ ਅਮਰੀਕ ਸਾਡੇ ਟੂਰਨਾਮੈਂਟ 'ਤੇ ਆਉਣਾ, ਤੇ ਆਹ ਕਿਰਸਾਨੀ ਕਰਕੇ ਦਿੱਲੀ ਆਉਣਾ ਪਿਆ। ਮੈਂ ਉਹਨਾਂ ਵੀਰਾਂ ਤੋਂ ਮਾਫੀ ਮੰਗਦਾ ਵਾਂ। ਪਹਿਲੀ ਗੱਲ ਤਾਂ ਮੈਂ ਕਹਿੰਦਾ ਵਾਂ ਵੀ ਜੇ ਕੋਈ ਉੱਦਾਂ ਦੀ, ਜੇ ਕੋਈ ਮੇਰੇ ਕਹਿਣ 'ਤੇ ਟੂਰਨਾਮੈਂਟ ਗਾਂਹ ਕਰੂਗਾ, ਮੈਂ ਇਹ ਵੀ ਕਹਿੰਦਾ ਵੀ ਮੈਂ ਕੋਈ ਫੀਸ ਨਹੀਂ, ਕੋਈ ਪੈਸਾ ਨਹੀਂ ਲੈਂਦਾ, ਮੈਂ ਫ੍ਰੀ ਬੋਲੂੰਗਾ। ਬਸ ਇਹ ਰਿਕੁਐਸਟ ਆ ਵੀ ਟੂਰਨਾਮੈਂਟ ਥੋੜ੍ਹੇ ਜਿਹੇ ਇੱਧਰ ਉੱਧਰ ਕਰ ਲਈਏ। ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੈ ਨਾ, ਤੇ ਤੁਸੀਂ ਜਿਉਂਦੇ ਵਸਦੇ ਰਹੋ। ਮੈਂ ਫੇਰ ਮਾਫੀ ਚਾਹੁੰਦਾ ਉਹਨਾਂ ਕਮੇਟੀਆਂ ਤੋਂ ਵੀ ਜਿਹੜੇ ਵੀਰ ਆ ਮੇਰੇ ਭਰਾ, ਕੁਝ ਮੈਨੂੰ ਥੋੜ੍ਹਾ ਜਿਹਾ ਇਹ ਵੀ ਕਿਹਾ ਉਹਨਾਂ ਨੇ ਸਾਨੂੰ ਪਹਿਲਾਂ ਦੱਸ ਦਿੰਦਾ ਹੈ ਨਾ, ਤੇ ਹੁਣ ਜੇ ਪਹਿਲਾਂ ਪਤਾ ਹੀ ਨਹੀਂ ਸੀ ਵੀ ਸਾਡੇ ਇੱਦਾਂ ਦੇ ਹਾਲਾਤ ਵੀ ਹੋ ਜਾਣੇ ਆ। ਤੇ ਬਾਕੀ ਮੈਂ ਜ਼ਿਆਦਾ ਨਹੀਂ ਹੁਣ ਨਾ ਕਹਿਣਾ, ਤੁਸੀਂ ਸਿਆਣੇ ਹੋ ਸਾਰੇ ਮੇਰੇ ਵੀਰ ਹੋ, ਤੁਸੀਂ ਵੱਡੇ ਭਾਈ ਹੋ, ਤੁਸੀਂ ਬਣਾਇਆ ਸਾਰਾ ਕੁਝ। ਕਿਉਂਕਿ ਜਦੋਂ ਤੁਸੀਂ ਨਿਗਾਹ ਫੇਰ ਲਈ ਉਦੋਂ ਅਸੀਂ ਵੀ ਮਿੱਟੀ ਹੈ ਨਾ, ਤੁਸੀਂ ਬਣਾਉਣ ਵਾਲੇ ਹੋ ਸਾਨੂੰ। ਤੇ ਬਸ ਜਿਉਂਦੇ ਵਸਦੇ ਰਹੋ। ਮੈਂ ਤਾਂ ਇਹੀ ਕਹਿੰਦਾ ਵੀ ਜਿਹੜੇ ਆ ਸਕਦੇ ਆ ਭਰਾ ਉਹ ਤਾਂ ਦਿੱਲੀ ਆਓ, ਔਰ ਜਿਹੜੇ ਨਹੀਂ, ਕਈਆਂ ਨੂੰ ਪ੍ਰੋਬਲਮ ਵੀ ਹੁੰਦੀ ਆ ਹੈ ਨਾ, ਵੀ ਕਈ ਮੇਰੇ ਭਰਾ, ਤੇ ਉਹ ਮੈਂ ਕਹਿੰਦਾ ਵੀ ਆਪਦੇ ਚਾਚੇ ਨੂੰ, ਤਾਏ ਨੂੰ, ਜਾਂ ਆਪਦੇ ਪਾਪਾ ਜੀ ਨੂੰ ਹੈ ਨਾ, ਕਿਸੇ ਨੂੰ ਵੀ ਡਿਊਟੀ ਲਾ ਦਿਓ, ਕਿਸੇ ਦੀ ਹੋਰ ਨੂੰ ਭੇਜ ਦਿਓ, ਪਰ ਆਓ ਜ਼ਰੂਰ ਹੈ ਨਾ। ਇਹ ਆਪਣੀ ਘਰ ਘਰ ਦੀ ਇਕੱਲੇ ਦੀ ਲੜਾਈ ਆ, ਇਹ ਕਿਸੇ ਦੀ ਨਹੀਂ, ਇਹ ਸਾਡੇ ਹੱਕਾਂ ਦੀ, ਸਾਡੀ ਹੋਂਦ ਦੀ ਲੜਾਈ ਹੈ। ਸਾਰੇ ਮੇਰੇ ਭਰਾ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰੋ। ਬਾਕੀ ਜੋ ਵੀ ਹੋਇਆ ਹੈ ਨਾ ਉਹ ਕਰਾਂਗੇ ਜਿੰਨੀ ਜੋਗੇ ਹੋਏ। ਹਾਂ, ਤੇ ਬਸ ਇੰਨਾ ਕੁਝ ਹੀ ਕਹਿਣਾ ਸੀਗਾ। ਸਾਰੇ ਮੇਰੇ ਭਰਾ ਤੁਸੀਂ ਜਿਉਂਦੇ ਵਸਦੇ ਰਹੋ। ਮੈਂ ਫੇਰ ਉਹਨਾਂ ਕਮੇਟੀਆਂ ਤੋਂ ਮਾਫੀ ਮੰਗਦਾ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਸੀਗੀ ਹੈ ਨਾ। ਮੈਂ ਤੁਹਾਨੂੰ 1 ਮਿੰਟ ਦੱਸ ਵੀ ਦਿੰਦਾ, ਹੁਣ ਕੈਲੰਡਰ ਜਿਹਾ ਵਿੱਚ ਹੀ ਇਹਦੇ ਫੋਨ ਦੇ, ਵੀ ਜਿੱਥੇ ਜਿੱਥੇ ਆਪਾਂ ਜਾਣਾ ਸੀਗਾ, ਜਿਹੜੀਆਂ ਕੁਝ ਕਮੇਟੀਆਂ ਉਹਨਾਂ ਤੋਂ ਮੈਂ ਤੁਹਾਨੂੰ 4 ਤਰੀਕ ਨੂੰ ਕੈਰੋਂ ਸੀ, ਉਹਨਾਂ ਤੋਂ ਮਾਫੀ ਮੰਗਦਾ। ਮੇਰੇ ਭਰਾ ਨੇ ਉਹ ਹੈ ਨਾ, ਕਿਉਂਕਿ ਅਸੀਂ ਸਲਾਹ ਕਰਕੇ ਸਾਰਿਆਂ ਨੇ ਮੇਲਾ ਰੱਖਿਆ ਸੀਗਾ, ਤੇ ਉਹਨਾਂ ਤੋਂ ਮਾਫੀ ਮੰਗਦਾ ਮੈਂ ਕੈਰੋਂ ਵਾਲੇ ਭਰਾਵਾਂ ਤੋਂ। 5 ਤਰੀਕ ਨੂੰ ਧਰਮਪੁਰੇ ਸੀ ਮੈਂ ਜਾਣਾ, ਮੈਂ ਉਹਨਾਂ ਵੀਰਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਵਾਂ। ਤੇ 6 ਤਰੀਕ ਨੂੰ ਮੈਂ ਜਾਣਾ ਸੀਗਾ ਆਪਣਾ 6 ਨੂੰ ਰਾਈਏ ਟੂਰਨਾਮੈਂਟ ਆ ਹੈ ਨਾ, ਆਪਣੇ ਚੇਅਰਮੈਨ ਸਾਹਿਬ ਹੋਣੀ ਕਰਾ ਰਹੇ ਆ, ਮੈਂ ਉਹਨਾਂ ਤੋਂ ਮਾਫੀ ਮੰਗਦਾ ਵਾਂ ਵੀ ਮੈਂ ਨਹੀਂ ਆ ਸਕਦਾ। 7 ਨੂੰ ਤਲਵੰਡੀ ਸੀਗਾ, ਮੈਂ ਉਹਨਾਂ ਤੋਂ ਵੀ ਮਾਫੀ ਮੰਗਦਾ ਵਾਂ। ਜੇ ਸਹੀ ਸਲਾਮਤ ਮੁੜਿਆ ਏ ਫਿਰ ਅਗਲੇ ਟੂਰਨਾਮੈਂਟ ਬੋਲਾਂਗੇ, ਜੇ ਸਹੀ ਸਲਾਮਤ ਮੁੜਿਆ ਏ ਉੱਥੋਂ ਤੇ ਆ ਕੇ ਮੈਂ ਬੋਲੂੰਗਾ ਹੈ ਨਾ, ਮੈਂ ਨਹੀਂ ਕਹਿੰਦਾ। ਤੇ 3 ਤਰੀਕ ਨੂੰ ਸੀਗਾ ਲਲਹੇੜੀ, ਉਹਨਾਂ ਤੋਂ ਵੀ ਮਾਫੀ ਮੰਗਦੇ ਆ। 1 ਤਰੀਕ ਨੂੰ ਸੁੰਨੜ ਕਲਾਂ, ਉਹ ਤਾਂ ਭਰਾਵਾਂ ਨੇ ਮੈਚ ਕੈਂਸਲ ਕਰਤੇ। ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਵਾ, ਬਹੁਤ ਵਧੀਆ ਕੰਮ ਕੀਤਾ ਜਿਹੜੇ ਭਰਾ
ਉਹਨਾਂ ਨੇ ਮੈਚ ਕੈਂਸਲ ਕਰਤੇ। ਹੋ ਸਕਦਾ ਕਈ ਮੈਚ ਕੈਂਸਲ ਨਾ ਹੋਣ, ਕਿਸੇ ਦੀ ਮਜਬੂਰੀ ਵੀ ਹੋ ਸਕਦੀ ਆ, ਕੋਈ ਜਿਵੇਂ ਕੁਝ ਬਾਬਾ ਜੀਆਂ ਦੇ ਮੇਲੇ ਨੇ ਹੈ ਨਾ, ਪੱਕੇ ਮੇਲੇ ਆ, ਉਹ ਨਹੀਂ ਕੈਂਸਲ ਕਰ ਸਕਦੇ। ਪਰ ਉਹਨਾਂ ਤੋਂ ਮੈਂ ਮਾਫ਼ੀ ਮੰਗਦਾ ਵੀ ਮੈਂ ਨਹੀਂ ਆ ਸਕਦਾ। ਬਾਕੀ ਤੁਸੀਂ ਜਿਉਂਦੇ ਵਸਦੇ ਰਹੋ, ਸਾਡੀਆਂ ਸਦਾ ਦੁਆਵਾਂ ਨੇ। 8 ਤਰੀਕ ਨੂੰ ਜਿਹੜਾ ਮੈਚ ਸੀਗਾ 8 ਨੂੰ ਆਪਣੇ ਰਹੀਮਪੁਰ, ਮੈਂ ਉਹਨਾਂ ਵੀਰਾਂ ਤੋਂ ਵੀ ਮਾਫ਼ੀ ਮੰਗਦਾ। 9 ਤਰੀਕ ਨੂੰ ਜੇ ਆ ਗਏ ਤਾਂ ਠੀਕ ਹੈ, ਜੇ ਨਾ ਆਏ ਤਾਂ ਫਿਰ ਉਹਨਾਂ ਤੋਂ ਵੀ ਮਾਫ਼ੀ ਹੈ। ਮਹਿਰਾਜ ਪਿੰਡ ਉੱਥੇ ਮੇਲਾ, ਅਤੇ 11/10 ਨੂੰ ਫਿਰ ਪੰਡੋਰੀ ਆ ਗਿਆ, ਉਹਨਾਂ ਤੋਂ ਵੀ ਮਾਫ਼ੀ ਆ। ਮੈਂ ਇਹ ਨਹੀਂ ਕਹਿੰਦਾ ਵੀ ਜਿਵੇਂ ਆ ਗਿਆ ਪੰਜਾਬ ਆ ਗਿਆ ਫਿਰ ਜ਼ਰੂਰ ਬੋਲੂਗਾ ਸਾਰੇ ਮੇਲੇ। ਮੈਂ ਤੁਹਾਨੂੰ ਦੱਸ ਦਿੰਦਾ ਵੀ ਮੇਰੇ ਭਰਾ ਇਹ ਨਾ ਕਹਿਣ ਵੀ ਸਾਡੇ ਮੇਲੇ 'ਤੇ ਤੂੰ ਕਿਉਂ ਨਹੀਂ ਆਇਆ, ਕਿਹੜੀ ਗੱਲੋਂ ਨਹੀਂ ਆਇਆ। ਫਿਰ ਰਹੀ ਗੱਲ 11 ਤਰੀਕ ਨੂੰ, ਫਿਰ ਉਹ ਚੀਚੀ ਪਿੰਡ ਆ, ਮੈਂ ਉਹਨਾਂ ਵੀਰਾਂ ਨੂੰ ਵੀ ਕਹਿੰਦਾ ਜੇ ਆ ਗਿਆ ਤਾਂ ਬੋਲੂਗਾ, ਜੇ ਦਿੱਲੀ ਹੋਇਆ ਫਿਰ ਨਹੀਂ ਬੋਲ ਸਕਦਾ। 12 ਤਰੀਕ ਨੂੰ ਬੁੱਢਾ ਥੇ ਹੈ। 13 ਤਰੀਕ ਨੂੰ ਜਿਹੜਾ ਮੈਚ ਹੈਗਾ ਉਹ ਆਪਣੇ ਹੈਗਾ ਵਾ ਭਮਾਲ ਭਮਾਲੀ, ਉਹਨਾਂ ਵੀਰਾਂ ਤੋਂ ਵੀ ਮੈਂ ਮਾਫ਼ੀ ਮੰਗਦਾ ਵਾਂ। ਅਵੀਰ ਕਹਿੰਦਾ ਗੁਰਵਿੰਦਰ ਘੁਰਦੀਏ ਵੀਰ ਕਹਿੰਦਾ ਵੀ ਤੂੰ ਕਿੰਨੇ ਦਿਨ ਗਿਆ। ਵੱਡੇ ਬਾਈ ਮੇਰਾ ਪੇਜ ਖੋਲ੍ਹ ਕੇ ਵੇਖ ਲਈ ਵੀ ਮੈਂ ਕਿੰਨੇ ਕੁ ਦਿਨ ਗਿਆ ਵਾਂ। ਬਾਕੀ ਮੈਨੂੰ ਤੂੰ ਉਹਦਾ ਨੰਬਰ ਸੈਂਡ ਕਰ ਵੱਡੇ ਬਾਈ, ਹੈ ਨਾ। ਮੇਰਾ ਫਰਜ਼ ਬਣਦਾ ਮੈਂ ਤੁਹਾਨੂੰ ਭਰਾਵਾਂ ਨੂੰ ਸੈਟਿਸਫਾਈ ਕਰਾਂ, ਅਤੇ ਮੇਰਾ ਫੋਨ ਚੱਲਦਾ, ਮੈਨੂੰ ਹੁਣੇ ਸੋਹਣੇ ਬਾਈ ਫੋਨ ਕਰ ਲਈ, ਹੈ ਨਾ। ਅਤੇ ਬਾਕੀ ਤੁਸੀਂ ਜਿਉਂਦੇ ਵਸਦੇ ਰਹੋ, ਤੁਸੀਂ ਵੀਰ ਹੋ ਸਾਰੇ ਸਾਡੇ, ਤੁਸੀਂ ਪਿਆਰ ਕਰਦੇ ਹੋ। ਅਤੇ ਜਿੰਨੇ ਵੀ ਮੇਰੇ ਵੀਰ ਆ ਹੈ ਨਾ, ਗੁਰਵਿੰਦਰ ਵੀਰ ਜੀ, ਫਰਜ਼ ਹਰ ਇੱਕ ਦਾ ਫਰਜ਼ ਬਣਦਾ। ਜੇ ਕਿਸੇ ਨੂੰ ਕਹਿ ਦਈਏ ਉਹ ਨਹੀਂ ਬਣਦਾ ਗਾ। ਤੁਸੀਂ ਕਹਿੰਦੇ ਹੋ ਵੀ ਤੂੰ ਕਿੰਨੇ ਦਿਨ ਧਰਨੇ 'ਤੇ ਗਿਆ, ਤੁਸੀਂ ਪਹਿਲੀ ਗੱਲ ਮੇਰਾ ਪੇਜ ਖੋਲ੍ਹ ਕੇ ਵੇਖ ਲਓ। ਬਾਕੀ ਜੇ ਕੋਈ ਤੁਹਾਨੂੰ ਡਾਊਟ ਹੈ ਤੁਸੀਂ ਮੈਨੂੰ ਫੋਨ ਕਰੋ, ਹੈ ਨਾ। ਮੇਰਾ ਨੰਬਰ ਤੁਹਾਡੇ ਕੋਲ ਹੋਣਾ ਹੀ ਆ 9855535840। ਮੈਨੂੰ ਹੁਣੇ ਫੋਨ ਕਰ ਲਓ, ਮੈਂ ਤੁਹਾਨੂੰ ਲਾਈਵ ਤੋਂ ਬਾਹਰ ਤੁਹਾਨੂੰ ਸਾਰਾ ਦੱਸ ਦੇਣਾ ਵੀ ਤੁਹਾਡਾ ਛੋਟਾ ਵੀਰ ਕਿੱਥੇ ਕਿੱਥੇ ਗਿਆ, ਕਿੱਥੇ ਕਿੱਥੇ ਨਹੀਂ ਗਿਆ। ਅਤੇ ਬਾਕੀ ਤੁਸੀਂ ਜਿਉਂਦੇ ਵਸਦੇ ਰਹੋ, ਸਾਡੀਆਂ ਸਦਾ ਦੁਆਵਾਂ ਤੁਹਾਡੇ ਲਈ। ਬਸ ਇਹੀ ਇੰਨੇ ਆ ਕਿ ਮਜਬੂਰੀ ਸੀ ਜਿਹੜੀ ਲਾਈਵ ਹੋਣ ਦੀ। ਬਾਕੀ ਸਾਰੇ ਮੇਰੇ ਭਰਾ ਜਿਹੜੇ ਆ ਜਾਓ ਦਿੱਲੀ, ਆਪਾਂ ਮਿਲਦੇ ਹੈ ਨਾ। ਸੋਹਣੇ ਬਾਈ ਜਿਉਂਦੇ ਵਸਦੇ ਰਹੋ। ਸੰਧੂ ਝੋਟਾ ਬੰਦਾ, ਸਤਿ ਸ਼੍ਰੀ ਅਕਾਲ ਭਾਈ। ਕਾਲਾ ਬਰਾੜ ਪ੍ਰਭ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਜਗਦੀਪ ਸਿੰਘ ਜੀ, ਵੀਰਾ ਜਗਦੀਪ ਬਾਈ ਕਹਿੰਦਾ ਬਾਈ ਬਸ 5 ਕਿਲੋਮੀਟਰ ਪਹਿਲਾਂ ਬਹਾਦਰਗੜ੍ਹ ਤੋਂ ਜਾਮ ਲੱਗ ਗਿਆ ਵੱਡੇ ਬਾਈ। ਹਾਂ ਬਸ ਉੱਥੇ ਜਾ ਕੇ ਰੁਕ ਜਾਵਾਂਗੇ। ਹਾਂ ਫਿਰ ਹਾਂਜੀ ਰਾਜਾ ਵੀਰ ਜੀ, ਰਾਜਾ ਸਿੰਘ ਸਿੱਧੂ ਜੀ, ਹਾਂਜੀ ਜ਼ਰੂਰ। ਜੋਬਨ ਬਾਜਵਾ ਜੀ, ਜਗਸੀਰ ਬੰਗਨ, ਮਨੀ ਢਿੱਲੋਂ ਰਾਜਸਥਾਨੀ, ਹਾਂਜੀ ਵੀਰ ਜੀ ਜਿਉਂਦੇ ਵਸਦੇ ਰਹੋ ਬਾਜੀ। ਬਲਦੇਵ ਹੋਣੀ, ਗਿੰਨੀ ਸੂਸ ਸਾਡਾ ਵੀਰ, ਹਾਂ। ਇਕਬਾਲ ਧਾਲੀਵਾਲ, ਗਗਨ ਹੋਣੀ, ਸਾਰੇ ਭਰਾ ਨੇ ਬਾਈ ਜਿਉਂਦੇ ਵਸਦੇ ਰਹੋ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਬਸ ਜਿੰਨਾ ਵੀ ਹੋ ਸਕਦਾ ਮੇਰੇ ਭਰਾ ਹੈ ਨਾ ਆ ਜਾਓ। ਅਤੇ ਮੇਰੇ ਵੀਰ ਹੋ ਤੁਸੀਂ ਸਾਰੇ ਪਿਆਰੇ ਭਰਾ ਸਾਰੇ, ਹੈ ਨਾ, ਜਿੰਨੇ ਵੀ ਵੀਰ ਹੋ ਆ ਜਾਓ। ਆਪਾਂ ਇੱਥੇ ਮਿਲਦੇ ਹਾਂ, ਵਧੀਆ ਪਰਮਾਤਮਾ ਦੀ ਕਿਰਪਾ ਜੋ ਵੀ ਆਪਾਂ ਜਿੱਤ ਕੇ ਮੁੜਾਂਗੇ ਇੱਥੋਂ। ਅਤੇ ਉਹ ਮੈਂ ਵੀਰ ਨੂੰ ਫਿਰ ਬੇਨਤੀ ਕਰਦਾ, ਉਹ ਭਰਾ ਨੇ ਦੂਜਾ ਦੀ ਪੁੱਛਿਆ ਸੀਗਾ ਵੀ ਤੂੰ ਕਿੱਥੇ ਕਿੱਥੇ ਗਿਆ ਧਰਨੇ 'ਤੇ। ਮੈਂ ਭਰਾ ਨੂੰ ਫਿਰ ਬੇਨਤੀ ਕਰਦਾ, ਮੇਰਾ ਫੋਨ ਹੈ ਨਾ ਚੱਲਦਾ ਵਾ, ਨੰਬਰ ਮੇਰਾ ਤਾਂ ਹਜੇ ਮੈਨੂੰ ਲੱਗ ਜਾਣੇ ਪਹੁੰਚਣ ਨੂੰ ਕੁਛ ਟਾਈਮ, ਅਤੇ ਆਪਣੇ ਕੋਲ ਹੈਗਾ, ਆਪਾਂ ਗੱਲਬਾਤ ਕਰਾਂਗੇ। ਨਾਲੇ ਮੈਨੂੰ ਵੀਰ ਫੋਨ ਕਰੇ ਮਾੜਾ ਜਿਹਾ ਨਾ, ਵੀ ਉਹ ਵੀਰੇ ਨੂੰ ਆਪਾਂ ਫੋਨ 'ਤੇ ਦੱਸ ਦਾਂਗੇ ਵੀ ਇੱਥੇ ਵੀਰੇ ਮੈਂ ਗਿਆ ਵਾਂ। ਕਈ ਵਾਰੀ ਭਰਾਵਾਂ ਨੂੰ ਹੁੰਦਾ ਹੈ ਨਾ, ਪਰ ਮੈਂ ਕਿਸੇ ਲਈ ਨਹੀਂ ਗਿਆ, ਮੈਂ ਆਪਦਾ ਮੇਰਾ ਫਰਜ਼ ਆ। ਮੈਂ ਆਪਾਂ ਕਿਹੜਾ ਕਹਿੰਦੇ ਕਿਤੇ ਆਸਾਨ ਕੀਤਾ ਹੈ ਨਾ। ਅਤੇ ਸਾਰੇ ਭਰਾ ਨੇ, ਅਤੇ ਬਸ ਇੰਨੀਆਂ ਕੀ ਸੀ ਹੈ ਨਾ ਜਿਹੜੀਆਂ ਗੱਲਾਂ ਬਾਤਾਂ। ਤੁਸੀਂ ਜਿਉਂਦੇ ਵਸਦੇ ਰਹੋ। ਅਤੇ ਠੀਕ ਆ ਸੋਹਣੇ ਬਾਈ, ਫਿਰ ਮਿਲਦੇ ਆ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਾਡੀਆਂ ਦਿਲੋਂ ਦੁਆਵਾਂ ਨੇ।